ਜਿਹੜੀ ਤੁਸੀਂ ਪੜ੍ਹਾਈ ਕਰ ਰਹੇ ਸੀ ਕਿਹੜੀ ਯੂਨੀਵਰਸਿਟੀ 'ਚ ਕਰ? ਮੈਂ ਪੜ੍ਹਾਈ ਖਾਰਕਿਨ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਵਿੱਚ ਕਰ ਰਹੀ ਸੀ, ਖਾਰਕਿਨ ਨਕੋਵਾ ਦੇ ਨੇੜੇ। ਕੀ ਅਸੀਂ ਹੁਣ ਪੜ੍ਹਾਈ ਸੌਖੀ ਦੇਖ ਕੇ ਜਾਂ ਪੜ੍ਹਾਈ ਦੇ ਉੱਤੇ ਜਿਹੜਾ ਖਰਚਾ ਆਉਂਦਾ ਉਸ ਨੂੰ ਦੇਖ ਕੇ ਵਿਦੇਸ਼ ਗਏ ਸੀ? ਦੋਵੇਂ ਚੀਜ਼ਾਂ ਕਹਿ ਸਕਦੇ ਹਾਂ, ਵੀ ਖਰਚਾ ਵੀ ਦੇਖ ਕੇ ਤੇ ਇੱਥੇ ਸਟੱਡੀ ਦਾ ਦੂਜਾ ਪਾਸੇ ਵੀ ਦੇਖ ਕੇ। ਕਿ ਯੂਨੀਵਰਸਿਟੀ ਦੇ ਵਿੱਚ ਕਿੰਨੇ ਕੁ ਵਿਦਿਆਰਥੀ ਭਾਰਤੀ ਨਾਗਰਿਕ ਜਿਹੜੇ ਆ ਤੁਹਾਡੇ ਨਾਲ ਸੀ, ਪੰਜਾਬ ਤੋਂ ਜਾਂ ਹੋਰ ਪਾਸੇ ਤੋਂ? ਮੋਸਟਲੀ ਬੱਚੇ ਸਟੱਡੀ ਉੱਥੇ ਹੀ ਕਰਦੇ ਸੀ। ਜੰਗ ਕਿਸੇ ਟਾਈਮ ਵੀ ਲੱਗ ਸਕਦੀ ਆ, ਕਿ ਇਸ ਤਰ੍ਹਾਂ ਦੀਆਂ ਖਬਰਾਂ ਜੰਗ ਲੱਗਣ ਤੋਂ ਪਹਿਲਾਂ ਨੱਕੀ ਆ ਰਹੀਆਂ ਸੀ ਜਾਂ ਨਹੀਂ ਆ ਰਹੀਆਂ ਸੀ? ਨਹੀਂ ਸਰ, ਐਕਚੁਅਲੀ ਨਿਊਜ਼ 'ਚ ਬਹੁਤ ਕੁਝ ਦਿਖਾਇਆ ਸੀ, ਜਿੱਥੋਂ ਅਸੀਂ ਰਹਿ ਰਹੇ ਸੀ ਉੱਥੇ ਇੰਨਾ ਨਹੀਂ ਸੀ ਪਹਿਲਾਂ। ਮੁਸੀਬਤ ਆ ਜਿਸ ਤਰ੍ਹਾਂ ਦਾ ਪਹਾੜ ਇੱਕੋ ਦਮ ਡਿੱਗਾ ਤਾਂ ਲੱਗਿਆ ਨਹੀਂ ਕਿ ਜ਼ਿੰਦਗੀ ਹੁਣ ਖਤਰੇ 'ਚ ਪੈ ਗਈ, ਜ਼ਿੰਦਗੀ ਥੋੜ੍ਹੀ ਰਹਿ ਗਈ। ਕਾਲ ਤੇ ਵੀਡੀਓ ਕਾਲ ਤੇ ਹੱਸ ਕੇ ਕਹਿੰਦੇ ਸੀ ਰੋਟੀ ਖਾ ਲਈ ਨਹੀਂ ਖਾਈ, ਉੱਥੇ ਤਾਂ ਕੋਈ ਪਤਾ ਨਹੀਂ ਸੀ ਰੋਟੀ ਮਿਲ ਰਹੀ ਹੈ ਕਿ ਨਹੀਂ, ਫਿਰ ਵੀ ਅਸੀਂ ਕਹਿ ਦਿੰਦੇ ਸੀ ਹਾਂਜੀ ਰੋਟੀ ਖਾ ਲਈ ਕਰ ਲਈ। ਪਰੰਤੂ ਜਿਸ ਤਰ੍ਹਾਂ ਦੇ ਜੰਗ ਦੇ ਹਾਲਾਤ ਬਣੇ ਨੇ, ਬੱਚੀ ਘਰ ਪਰਤ ਆਈ ਹੈ, ਪੜ੍ਹਾਈ ਦੇ ਨਾਲ ਉਹਦਾ ਫਿਊਚਰ ਵੀ ਜਿਹੜਾ ਕਿਤੇ ਨਾ ਕਿਤੇ ਪ੍ਰਭਾਵਿਤ ਹੋਇਆ, ਕੀ ਫੀਲ ਕਰੋਗੇ? ਅਸੀਂ ਬਹੁਤ ਔਖੇ ਆ ਵੀ ਜਿੱਦਾਂ ਸਾਨੂੰ ਪੈਸੇ ਦਾ ਅੱਗੇ ਪ੍ਰਬੰਧ ਵੀ ਨਹੀਂ ਕਰ ਸਕਦੇ ਜੀ। ਇੱਥੇ ਹੀ ਜਿਹੜੇ ਗਵਰਨਮੈਂਟ ਕਾਲਜ ਨੇ, ਬਾਅਦ ਤਾਂ ਸਰਕਾਰ ਸਭ ਕੁਝ ਕਰ ਸਕਦੀ ਹੈ, ਜੇ ਇੱਥੇ ਐਡਮਿਸ਼ਨ ਕਰਾ ਲਿਆ ਜਾਵੇ ਤਾਂ ਬਹੁਤ ਵਧੀਆ ਹੈ। ਮੌਸਾ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਕਵਰ ਸਿੰਘ ਬੇਦੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਰੂਸ ਅਤੇ ਯੂਕਰੇਨ ਦੇ ਦਰਮਿਆਨ ਜਿਹੜੀ ਜੰਗ ਚੱਲ ਰਹੀ ਹੈ, ਦਿਨ ਬ ਦਿਨ ਵੱਧ ਰਹੀ ਹੈ। ਭਾਰਤੀ ਨਾਗਰਿਕ ਜਿਹੜੇ ਉੱਥੇ ਫਸੇ ਹੋਏ ਆ, ਉਹਨਾਂ ਨੂੰ ਕੱਢਣ ਲਈ ਜਿਹੜੇ ਭਾਰਤ ਸਰਕਾਰ ਵੱਲੋਂ ਜਿਹੜੇ ਯਤਨ ਹੈ ਲਗਾਤਾਰ ਜਾਰੀ ਹੈ। ਪਟਿਆਲਾ ਦੇ ਤਹਿਸੀਲ ਰਾਜਪੁਰਾ ਦੇ ਪਿੰਡ ਉਕਲਾਣਾ ਦੀ ਜਸਪ੍ਰੀਤ ਕੌਰ MBBS ਦੀ ਪੜ੍ਹਾਈ ਲਈ ਯੂਕਰੇਨ ਜਾਂਦੀ ਹੈ। ਜਦੋਂ ਉਹਨਾਂ ਹਾਲਾਤਾਂ ਦੇ ਵਿੱਚ ਫਸ ਜਾਂਦੀ ਹੈ ਤਾਂ ਹੁਣ ਜਦੋਂ ਘਰ ਪਰਤੀ ਹੈ ਤਾਂ ਮਾਪਿਆਂ ਦੀ ਜਿਹੜੀ ਇੱਕ ਚਿੰਤਾ ਦੀ ਜਿਹੜੀ ਲਕੀਰ ਹੈ ਉਹ ਮੱਥੇ ਤੋਂ ਹਟ ਗਈ ਹੈ, ਕਿਉਂਕਿ ਉਹ ਆਪਣੇ ਘਰ ਪੁੱਜ ਗਈ ਹੈ। ਗੱਲਬਾਤ ਕਰਕੇ ਜਾਣਾਂਗੇ ਕਿ ਜਸਪ੍ਰੀਤ ਕੌਰ ਕੋਲੋਂ ਕਿ ਉੱਥੇ ਦੇ ਹਾਲਾਤ ਕੀ ਨੇ ਤੇ ਜਸਪ੍ਰੀਤ ਕੌਰ ਕਿਸ ਤਰ੍ਹਾਂ ਆਪਣੇ ਘਰ ਪਰਤੀ ਹੈ। ਜਸਪ੍ਰੀਤ ਕੌਰ ਜੀ, ਤੁਹਾਡਾ ਮੌਸਾ ਟੀਵੀ ਤੇ ਸਵਾਗਤ ਹੈ। ਪਹਿਲਾਂ ਤਾਂ ਮੈਂ ਇੱਥੇ ਪਹੁੰਚ ਕੇ ਬੜੀ ਖੁਸ਼ ਹੋਈ ਹਾਂ, ਆਪਣੇ ਘਰ ਮੰਮਾ ਪਾਪਾ ਦੇ ਨੇੜੇ। ਤੇ ਉੱਥੇ ਜੇ ਮੈਂ ਯੂਕਰੇਨ ਦੇ ਹਾਲਾਤ ਦੱਸਾਂ ਤਾਂ ਉੱਥੇ ਬਹੁਤ ਮਾੜੇ ਹਾਲਾਤ ਸੀ, ਕਿਉਂਕਿ ਸਾਨੂੰ ਵੀ ਨਹੀਂ ਪਤਾ ਸੀ ਕਿ ਇੰਨੇ ਮਾੜੇ ਹਾਲਾਤ ਹੋ ਜਾਣਗੇ। ਜਦੋਂ ਅਸੀਂ ਬੰਕਰਾਂ ਦੇ ਨੀਚੇ ਗਏ ਸੀ ਫਸਟ। ਜਸਪ੍ਰੀਤ ਕੌਰ ਜੀ, ਮੈਂ ਇੱਥੇ ਟੋਕਦਾ ਤੁਹਾਨੂੰ, ਮੈਂ ਸਭ ਤੋਂ ਪਹਿਲਾਂ ਇਹ ਪੁੱਛਣਾ ਕਿ ਚਾਹਾਂਗਾ ਕਿ ਜਿਹੜੀ ਤੁਸੀਂ ਪੜ੍ਹਾਈ ਕਰ ਰਹੇ ਸੀ ਕਿਹੜੀ ਯੂਨੀਵਰਸਿਟੀ 'ਚ ਕਰ ਰਹੇ ਸੀ? ਮੈਂ ਪੜ੍ਹਾਈ ਖਾਰਕਿਨ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਵਿੱਚ ਕਰ ਰਹੀ ਸੀ, ਖਾਰਕਿਨ ਨਕੋਵਾ ਦੇ ਨੇੜੇ। ਅਤੇ ਉੱਥੇ ਸਟੱਡੀ ਇਸੇ ਕਰਕੇ ਗਏ ਸੀ ਕਿਉਂਕਿ ਉੱਥੇ ਸਟੱਡੀ ਬਹੁਤ ਵਧੀਆ ਸੀ, ਸਾਨੂੰ ਰੀਅਲ ਮਤਲਬ ਡੈਡ ਬੋਡੀਜ਼ ਦਿਖਾਉਂਦੇ ਉਹ ਤੇ ਦਿਖਾਉਂਦੇ ਸੀ, ਇਸ ਕਰਕੇ ਗਏ ਸੀ ਅਸੀਂ ਉੱਥੇ। ਕਿੰਨੇ ਚਿਰ ਦਾ ਡਿਪਲੋਮਾ ਸੀ ਜਾਂ ਡਿਗਰੀ ਸੀ? 6 ਸਾਲ ਦੀ ਡਿਗਰੀ ਸੀ। ਉੱਥੇ ਸਾਨੂੰ ਨੀਟ PG ਦਾ ਵੀ ਕਰਵਾਉਂਦੇ ਸੀ, ਕਿਉਂਕਿ ਇੱਥੇ ਆ ਕੇ ਅਸੀਂ ਸਿਰਫ ਆਪਣਾ ਇੱਕ ਟੈਸਟ ਹੀ ਕਲੀਅਰ ਕਰਨਾ, ਜਿਸ ਦੇ ਥਰੂ ਅਸੀਂ ਡਾਕਟਰ ਦੀ ਜੋਬ ਅੱਗੇ ਕਰ ਸਕਦੇ ਸੀ। ਕਿਸ ਤਰ੍ਹਾਂ ਵੇਖਦੇ ਹੋ ਜਦੋਂ ਇਹ ਜੰਗਬੰਦੀ ਜਿਹੜੀ ਉੱਥੇ ਲੜਾਈ ਚੱਲ ਰਹੀ ਹੈ ਦੋਨਾਂ ਦੇਸ਼ਾਂ ਦੇ ਵਿਚਾਲੇ, ਯੂਕਰੇਨ ਦੇ ਵਿਚਾਲੇ ਜਿਹੜੀ ਹੈ ਜੰਗ ਲੱਗਣ ਜਾ ਰਹੀ ਹੈ, ਤੇ ਕਿਉਂਕਿ ਨਿਊਜ਼ ਦੇ ਵਿੱਚ ਬਹੁਤ ਸਾਰਾ ਪਤਾ ਲੱਗ ਜਾਂਦਾ ਹੈ, ਬਹੁਤ ਸਾਰੇ ਵਿਦਿਆਰਥੀਆਂ ਨੂੰ ਪਤਾ ਲੱਗ ਜਾਂਦਾ ਹੈ, ਕਿਉਂਕਿ ਗੱਲਾਂ ਓਪਨ ਹੋਣ ਲੱਗ ਜਾਂਦੀਆਂ ਕਿ ਜਿਹੜੇ ਹਾਲਾਤ ਹੈ ਦੋਨਾਂ ਦੇਸ਼ਾਂ ਦੇ ਵਿਚਾਲੇ ਠੀਕ ਨਹੀਂ ਹੈਗੇ, ਜਿਹਦੇ ਕਰਕੇ ਜੰਗ ਕਿਸੇ ਟਾਈਮ ਵੀ ਲੱਗ ਸਕਦੀ ਹੈ। ਕਿ ਇਸ ਤਰ੍ਹਾਂ ਦੀਆਂ ਖਬਰਾਂ ਜੰਗ ਲੱਗਣ ਤੋਂ ਪਹਿਲਾਂ ਨੱਕੀ ਆ ਰਹੀਆਂ ਸੀ ਜਾਂ ਨਹੀਂ ਆ ਰਹੀਆਂ ਸੀ? ਨਹੀਂ ਸਰ, ਐਕਚੁਅਲੀ ਨਿਊਜ਼ 'ਚ ਬਹੁਤ ਕੁਝ ਦਿਖਾਇਆ ਸੀ, ਜਿੱਥੋਂ ਅਸੀਂ ਰਹਿ ਰਹੇ ਸੀ ਉੱਥੇ ਇੰਨਾ ਨਹੀਂ ਸੀ ਪਹਿਲਾਂ। ਇੱਥੋਂ ਨਿਊਜ਼ ਉੱਥੋਂ 14 ਮੈਨੂੰ ਯਾਦ ਹੈ 14 ਫੈਬ ਨੂੰ ਹੋਈ ਸੀ ਨਿਊਜ਼, ਜਦੋਂ ਅਸੀਂ ਦੇਖਣਾ ਸਟਾਰਟ ਇੰਡੀਅਨ ਮੀਡੀਆ ਨੇ ਦਿਖਾਤੀ ਸੀ ਵੀ ਬਲਾਸਟ ਹੋ ਗਈ, ਉਹ ਹੋ ਗਈ, ਵੋਰ ਹੋ ਗਈ, ਪਰ ਉੱਥੇ ਕੁਝ ਨਹੀਂ ਸੀ। ਇਸੇ ਕਰਕੇ ਅਸੀਂ ਆਪਣੀ ਫਲਾਈਟ ਦੀ ਟਿਕਟ ਨਹੀਂ ਕਰਾਈ ਸੀ, ਇੰਨਾ ਨਹੀਂ ਸੀ ਪਹਿਲਾਂ ਉੱਥੇ, ਪਰ ਇੱਕਦਮ ਹੀ ਉੱਥੇ 20 ਤੋਂ ਬਾਅਦ ਇੰਨਾ ਜ਼ਿਆਦਾ ਹੋ ਗਿਆ ਸੀ। ਉਸ ਤੋਂ ਬਾਅਦ ਅਸੀਂ ਆਪਣੀ ਸੋਚਣ ਲੱਗੇ ਸੀ, ਫਲਾਈਟ ਕਰਵਾ ਲਈ ਸੀ, ਫਲਾਈਟ ਵੀ ਕਰਵਾ ਲਈ ਸੀ, ਪਰ ਉੱਥੇ ਇੰਨਾ ਕੁਝ ਨਹੀਂ ਸੀ ਪਹਿਲਾਂ। ਮੁਸੀਬਤ ਆ ਜਿਸ ਤਰ੍ਹਾਂ ਦਾ ਪਹਾੜ ਇੱਕੋ ਦਮ ਡਿੱਗਾ ਤਾਂ ਲੱਗਿਆ ਨਹੀਂ ਕਿ ਜ਼ਿੰਦਗੀ ਹੁਣ ਖਤਰੇ 'ਚ ਪੈ ਗਈ, ਜ਼ਿੰਦਗੀ ਥੋੜ੍ਹੀ ਰਹਿ ਗਈ, ਤੇ ਮਾਪਿਆਂ ਕੋਲੋਂ ਵੀ ਦੂਰ ਹਾਂ, ਘਰ ਤੋਂ ਵੀ ਦੂਰ ਹਾਂ, ਤੇ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਹੋਣਗੇ, ਤੇ ਮੈਂ ਹੁਣ ਇੱਥੇ ਜਿਸ ਤਰ੍ਹਾਂ ਫਸੀ ਹੋਈ ਹਾਂ, ਮੈਂ ਇੱਥੋਂ ਨਿਕਲਣਾ ਕਿੱਦਾਂ? ਦੇਖੋ, ਆਂਦੀ ਦੇ ਮੁਸੀਬਤਾਂ ਇੱਕ ਲੱਗਦਾ, ਪਰ ਹਿੰਮਤ ਤਾਂ ਨਹੀਂ ਛੱਡਣੀ ਚਾਹੀਦੀ, ਵੈਸੇ ਆ ਕਹਿ ਦਿੰਦੇ ਆ। ਪਰ ਇੱਥੋਂ ਜਿਵੇਂ ਸਾਨੂੰ ਪਤਾ ਸੀ ਜੇ ਅਸੀਂ ਹਿੰਮਤ ਛੱਡਦੇ ਤਾਂ ਮੰਮਾ ਪਾਪਾ ਦਾ ਬਹੁਤ ਬੁਰਾ ਹਾਲ ਦੇਣਾ, ਫਿਰ ਵੀ ਅਸੀਂ ਆਪਣੇ ਕਾਲ ਤੇ ਵੀਡੀਓ ਕਾਲ ਤੇ ਹੱਸ ਕੇ ਕਹਿੰਦੇ ਸੀ ਰੋਟੀ ਖਾ ਲਈ ਨਹੀਂ ਖਾਈ, ਉੱਥੇ ਤਾਂ ਕੋਈ ਪਤਾ ਨਹੀਂ ਸੀ ਰੋਟੀ ਮਿਲ ਰਹੀ ਹੈ ਕਿ ਨਹੀਂ, ਕਿ ਫਿਰ ਵੀ ਅਸੀਂ ਕਹਿ ਦਿੰਦੇ ਸੀ ਹਾਂਜੀ ਰੋਟੀ ਖਾ ਲਈ ਕਰ ਲਈ। ਉੱਥੇ ਆਸ ਸੀ ਸਾਨੂੰ ਵੀ ਚਲੋ ਨਿਕਲ ਜਾਂਗੇ 1-2 ਦਿਨ ਤੱਕ, ਫਿਰ ਵੀ ਅਸੀਂ ਵੇਟ ਕਰੀਏ ਵੀ ਕੁਛ ਹੋਊਗਾ, ਪਰ ਦਿਨ ਦੋ ਦਿਨ ਉੱਥੇ ਹਾਲਾਤ ਬਹੁਤ ਮਾੜੇ ਹੁੰਦੇ ਗਏ। ਪਹਿਲਾਂ ਤਾਂ ਬੰਬ ਬਲਾਸਟ ਸਾਨੂੰ ਨਹੀਂ ਸੁਣਦੇ ਸੀ ਪਹਿਲਾਂ, ਪਰ ਬਹੁਤ ਔਖਾ ਸੀ। ਫਿਰ ਇੱਕਦਮ ਅਚਾਨਕ ਹੀ ਬਲਾਸਟ ਹੋਣਾ ਸ਼ੁਰੂ ਹੋਤੇ, ਸਾਨੂੰ ਜਿੱਥੇ ਬੰਕਰ 'ਚ ਬੈਠੇ ਸੀ ਨਾ ਉੱਥੇ ਵੀ ਬਲਾਸਟ ਆਵਾਜ਼ ਸੁਣਨੀ। ਇੱਕ ਦਿਨ ਤਾਂ ਸਾਡੇ ਹੋਸਟਲ ਦੇ ਨੇੜੇ ਸਾਡੇ ਪਿੱਛੇ ਹੀ ਡਿੱਗਿਆ ਇੱਕ ਬਲਾਸਟ, ਉੱਥੇ ਬਹੁਤ ਵਾਈਬ੍ਰੇਸ਼ਨ ਉੱਠੀ ਇੱਕਦਮ, ਸਾਨੂੰ ਸੁਣਿਆ ਸੀ, ਸਾਰੇ ਬੱਚੇ ਡਰ ਗਏ ਸੀ। ਉੱਥੇ ਰਾਤ ਨੂੰ 6 ਵਜੇ ਤੋਂ ਬਾਅਦ ਕਰਫਿਊ ਹੋ ਜਾਂਦਾ ਨੇ ਸਟਾਰਟ, ਏਅਰਪਲੇਨ ਮੋਡ 'ਤੇ ਸਟਾਰਟ ਕਰਵਾ ਦਿੰਦੇ ਸੀ ਸਾਨੂੰ ਸਾਰੇ ਫੋਨ, ਕੋਈ ਮੰਮਾ ਪਾਪਾ ਨਾਲ ਕੰਟੈਕਟ ਨਹੀਂ, ਬਸ ਐਵੇਂ ਬੈਠੇ, ਨਾ ਨੀਂਦ ਆਉਣੀ ਉੱਥੇ, ਨਾ ਖਾਣ ਪੀਣ ਦਾ, ਐਵੇਂ ਸੀ। ਪਹਿਲਾਂ ਕਦੇ ਕਿਤਾਬਾਂ 'ਚ ਪੜ੍ਹਿਆ ਹੋਣਾ ਕਿ ਇੱਦਾਂ ਦੀਆਂ ਜੰਗਾਂ ਭਾਰਤ ਤੇ ਪਾਕਿਸਤਾਨ ਦਰਮਿਆਨ ਲੱਗਦੀਆਂ ਰਹੀਆਂ ਨੇ, ਤੇ ਹੋਰ ਵੀ ਜਿਹੜੀਆਂ ਵਿਸ਼ਵ ਜੰਗਾਂ ਵੀ ਹੋਈਆਂ ਨੇ, ਪਹਿਲੀ ਜੰਗ ਹੋਈ ਹੈ, ਵਿਸ਼ਵ ਜੰਗ ਹੋਈ ਹੈ, ਫਿਰ ਦੂਜੀ ਜੰਗ ਹੋਈ ਹੈ। ਲੱਗਦਾ ਨਹੀਂ ਕਿ ਇੱਕ ਜੰਗ ਤੁਹਾਡੇ ਬਿਲਕੁਲ ਸਾਹਮਣੇ ਹੋ ਰਹੀ ਸੀ,
ਤੇ ਕਿਸ ਤਰ੍ਹਾਂ ਦੇ ਹਾਲਾਤ ਸੀ? ਕੀ ਬੰਬ ਚੱਲਦੇ ਵੇਖੇ, ਮਿਜ਼ਾਈਲਾਂ ਵੇਖੀਆਂ, ਟੈਂਕ ਵੇਖੇ, ਫੌਜੀ ਭੱਜਦੇ ਵੇਖੇ, ਦੇਖਿਆ ਨਜ਼ਾਰਾ ਇਹ? ਨਹੀਂ, ਸਾਨੂੰ ਬਾਹਰ ਨਹੀਂ ਕੱਢਦੇ ਸੀ ਤਾਂ ਅਸੀਂ ਦੇਖਿਆ ਨਹੀਂ, ਪਰ ਇਟਸ ਲਾਈਕ ਅ ਮੂਵੀ। ਕਹਿੰਦੇ ਨੇ ਸ਼ੂਟਿੰਗ ਚੱਲ ਰਹੀ ਹੈ ਹਨਾ, ਸਾਨੂੰ ਲੱਗਦਾ ਸੀ ਅਸੀਂ ਉਹਦੇ ਰੀਅਲ ਹੀਰੋ ਹੀਰੋਇਨ ਐਵੇਂ ਕਹਿੰਦੇ, ਮਤਲਬ ਵੋਰੀਅਰ ਕਹਿ ਦਿੰਦੇ ਆ ਨਾ, ਐਵੇਂ ਲੱਗ ਰਿਹਾ ਸਾਨੂੰ ਵੀ ਉੱਥੇ ਵੋਰੀਅਰ ਅਸੀਂ ਆਪਣੀ ਜੰਗ ਖੁਦ ਲੜ ਰਹੇ ਹਾਂ, ਕਿਉਂਕਿ ਸਾਰੇ ਆਪਣੇ ਰਿਸਕ ਤੇ ਬੱਚੇ ਜਾ ਰਹੇ ਸੀ, ਬਾਹਰ ਨਹੀਂ ਨਿਕਲਣ ਦਿੰਦੇ ਸੀ। ਉੱਥੇ ਜਿਹੜੇ ਸੀਨੀਅਰ ਏਜੰਟ ਸੀ, ਜਿਹੜੇ ਕਰਨ ਸੰਧੂ ਸਰ ਆ ਏਜੰਟ ਸਾਲੇ, ਉਹਨਾਂ ਨੇ ਬਹੁਤ ਹੈਲਪ ਕੀਤੀ। ਉਹਨਾਂ ਨੇ ਆਪਣੇ ਰਿਸਕ ਤੇ ਆਪਣੀ ਗੱਡੀ ਚਲਾ ਕੇ ਬਾਹਰੋਂ ਖਾਣਾ ਲੈ ਕੇ ਜਾਂਦੇ ਸੀ, ਇਵਨ ਮੈਟਰੋ ਤੋਂ ਵੀ ਲੈ ਕੇ ਜਾਂਦੇ ਸੀ। ਮਤਲਬ ਐਵੇਂ ਲੱਗਦਾ ਸੀ ਅਸੀਂ ਖੁਦ ਵੋਰ ਲੜ ਰਹੇ ਹਾਂ, ਯੂਕਰੇਨ ਤੇ ਰਸ਼ੀਆ ਦੀ ਵੋਰ ਨਹੀਂ, ਸਾਡੀ ਖੁਦ ਦੀ, ਮਤਲਬ ਅਸੀਂ ਵਿੱਚ ਫਸ ਗਏ ਉਹਨਾਂ ਦੇ, ਅਸੀਂ ਖੁਦ ਦੀ ਵੋਰ ਲੜ ਰਹੇ ਹਾਂ, ਐਵੇਂ ਸੀ। ਹੋਰ ਜਿਹੜੇ ਵਿਦਿਆਰਥੀ ਸੀ ਤੁਹਾਡੇ ਨਾਲ ਸੀ, ਗੱਲਾਂ ਕਰਦੇ ਸੀ ਕਿ ਹੁਣ ਤਾਂ ਫਸ ਗਏ ਭਾਈ, ਹੁਣ ਨਹੀਂ ਨਿਕਲਦੇ? ਸਾਰੇ ਕਹਿੰਦੇ ਸੀ ਫਸ ਗਏ, ਫਿਰ ਵੀ ਬੱਚੇ ਨੇ ਮਤਲਬ ਆਪਣੇ ਮੰਮੀ ਡੈਡੀ ਲਈ ਬਹੁਤ ਹਿੰਮਤ ਰੱਖੀ ਆ। ਤੇ ਸਭ ਤੋਂ ਅਹਿਮ ਗੱਲ ਆਉਂਦੀ ਹੈ, ਤੁਹਾਡਾ ਉੱਥੋਂ ਨਿਕਲਣਾ ਕਿਸ ਤਰ੍ਹਾਂ ਬਣਿਆ, ਕਿਸ ਤਰ੍ਹਾਂ ਦੇ ਉਪਰਾਲੇ ਹੋਏ, ਕਿੰਨੇ ਕਿੰਨੇ ਵਿਦਿਆਰਥੀਆਂ ਨੂੰ ਉੱਥੋਂ ਕੱਢਿਆ ਜਾ ਰਿਹਾ ਸੀ, ਸਟੇਸ਼ਨ ਕਿੰਨੀ ਕੁ ਦੂਰੀ ਤੇ ਸੀ, ਕਿਸ ਤਰ੍ਹਾਂ ਸੀ ਉਹ ਸਾਰਾ? 26 ਪਹਿਲਾਂ ਕਿਸੇ ਨੇ ਮਤਲਬ ਅਸੀਂ ਹਫਤਾ ਤਾਂ ਦੇਖੀਏ, 6 ਦਿਨ ਤਾਂ ਅਸੀਂ ਪੂਰੇ ਦੇਖੇ ਵੀ ਕੋਈ ਹੈਲਪ ਆਊਗੀ। ਫਿਰ ਲਾਸਟ 'ਚ ਸਾਨੂੰ ਅਸੀਂ ਸਾਰੇ ਮਤਲਬ ਜਿੰਨੇ ਬੱਚੇ ਸੀ ਉੱਥੇ ਸਾਰੇ 1200-1500 ਬੱਚੇ ਅਸੀਂ ਇਕੱਠੇ ਚੱਲ ਪਏ। ਇੱਥੋਂ ਅਸੀਂ ਆਪਣੇ ਬੰਕਰ ਹੋਸਟਲ ਤੋਂ 2 ਘੰਟੇ ਪੈਦਲ ਚੱਲੇ ਆਪਣੇ ਬੁਕਸਾਰ ਰੇਲਵੇ ਸਟੇਸ਼ਨ ਤੱਕ। ਉੱਥੋਂ ਈਵਨ ਮੇਰੇ ਸ਼ੂਜ਼ ਵੀ ਫਟ ਗਏ ਸੀ, ਉਹਨੇ ਇੰਨੇ ਚੱਲੇ ਨਾ, ਸਾਰੇ ਬੱਚੇ ਨਾ ਇੰਨੇ ਕੱਪੜੇ ਪਾ ਕੇ ਚੱਲੇ ਨਾ, ਉੱਥੇ ਮੂੰਹ ਲਾਲ ਹੋ ਗਏ ਸੀ ਉਹਨਾਂ ਦੇ, ਬਹੁਤ ਗਰਮੀ ਚੜ੍ਹ ਗਈ, ਬੱਚੇ ਸਾਰੇ ਥੱਕ ਚੁੱਕੇ ਸੀ, ਫਿਰ ਵੀ ਉਹਨਾਂ ਨੇ ਹਿੰਮਤ ਨਹੀਂ ਹਾਰੀ, ਫਿਰ ਵੀ ਉੱਥੋਂ ਚੱਲੇ। ਫਿਰ ਜਦੋਂ ਅਸੀਂ ਬੁਗਜ਼ਾਰ ਰੇਲਵੇ ਸਟੇਸ਼ਨ 'ਤੇ ਪਹੁੰਚੇ, ਉੱਥੇ ਜਾ ਕੇ ਉੱਥੇ ਅਸੀਂ 2 ਬਲਾਸਟ ਦੇਖੇ। ਸਾਨੂੰ ਇੰਝ ਸੀ ਵੀ ਹੁਣ ਤਾਂ ਗਏ ਅਸੀਂ ਫਸ ਕੇ ਪੂਰੇ। ਫਿਰ ਉੱਥੇ ਨੇੜੇ ਸੀ ਇੱਕ ਮੈਟਰੋ ਸਟੇਸ਼ਨ ਸੀ ਨਾ, ਉੱਥੇ ਫਿਰ ਸਾਰੇ ਬੱਚੇ ਪਹੁੰਚੇ, ਪਰ ਮੈਟਰੋ ਸਟੇਸ਼ਨ ਤੋਂ ਨਾ ਅਸੀਂ ਸਾਰੇ ਵੱਖ ਹੋ ਗਏ, ਕਿਉਂਕਿ ਰੇਲਵੇ 'ਤੇ ਕਹਿੰਦੇ ਉੱਥੇ ਵੀ ਯੂਕਰੇਨੀਅਨ ਦੇਖਿਆ ਸੀ ਖੁਦ, ਉੱਥੇ ਜਿਹੜੇ ਰੇਲਵੇ 'ਤੇ ਚੜ੍ਹਾ ਰਹੇ ਸੀ, ਉੱਥੇ 2 ਮੁੰਡੇ ਸੀ, ਉਹਨਾਂ ਨੇ ਖੁਦ ਦੇ ਧੱਕੇ ਮਾਰ ਕੇ ਮੁੰਡਿਆਂ ਨੂੰ ਪਾਸੇ ਕੀਤੇ। ਈਵਨ ਸਾਡੇ ਸਾਹਮਣੇ ਵੀ ਇੱਕ ਮੁੰਡੇ, ਸਾਡੇ ਹੋਸਟਲ ਦੇ ਮੁੰਡੇ ਨੂੰ ਧੱਕਾ ਮਾਰ ਕੇ ਪਿੱਛੇ ਕੀਤਾ। ਉਹਨਾਂ ਨੇ ਕਿਹਾ ਵੀ ਪਹਿਲਾਂ ਯੂਕਰੇਨੀਅਨ ਚੜ੍ਹਨਗੇ, ਫਿਰ ਉਸ ਤੋਂ ਬਾਅਦ ਇੰਡੀਅਨ ਗਰਲਸ, ਫਿਰ ਬੋਇਜ਼। ਪਰ ਉੱਥੇ ਨਾ ਯੂਕਰੇਨੀਅਨ ਚੜ੍ਹਾ ਕੇ ਅਸੀਂ ਤਾਂ ਚੜ੍ਹ ਗਏ ਸੀ, ਫਿਰ ਵੀ ਉੱਥੇ ਕੁੜੀਆਂ ਨੂੰ ਧੱਕੇ ਮਾਰ ਕੇ ਪਿੱਛੇ ਕੀਤਾ ਉਹਨਾਂ ਨੇ, ਜਿਹੜੇ ਵੀ ਉੱਥੇ ਚੜ੍ਹਾਉਣ ਵਾਲੇ ਸੀ। ਫਿਰ ਉੱਥੋਂ ਅਸੀਂ ਬੈਠ ਕੇ ਉੱਥੋਂ ਅਸੀਂ ਬਾਅਦ 'ਚ ਸਾਨੂੰ ਖਬਰ ਆਈ, ਜਿਹੜੇ ਸਾਡੇ ਨਾਲ ਦੇ ਸੀ ਉਹਨਾਂ ਨੂੰ ਚੜ੍ਹਾਈ ਨਹੀਂ, ਉੱਥੇ ਫਾਇਰਿੰਗ ਸਟਾਰਟ ਹੋ ਗਈ। ਈਵਨ ਸਾਡੇ ਜਿਹੜੇ ਉੱਥੇ ਦੇ ਸੀਨੀਅਰ ਸੀ, ਮੈਂ ਨਾਮ ਤਾਂ ਨਹੀਂ ਦੱਸਣਾ ਚਾਹੁੰਦੀ, ਫਿਰ ਵੀ ਉੱਥੇ ਜਿਹੜੇ ਸੀਨੀਅਰ ਸੀ ਸਾਡੇ ਨਾਲ ਦੇ, ਉਹਨਾਂ ਦੇ ਪੈਰਾਂ 'ਚ, ਉਹਨੇ ਖੁਦ ਦੇਖਿਆ ਪੈਰਾਂ ਦੇ ਗੋਲੀਆਂ 'ਚ, ਮਤਲਬ ਪੈਰਾਂ ਦੇ ਨੇੜੇ ਈਵਨ ਲੱਗੀ ਨਹੀਂ ਉਹਨਾਂ ਨੂੰ, ਰੱਬ ਸ਼ੁਕਰ ਕੇ ਉਹਨੇ ਲੱਗੀ ਨਹੀਂ, ਫਿਰ ਵੀ ਉਹ ਮਤਲਬ ਸੇਫਲੀ ਨਿਕਲ ਗਏ ਉੱਥੋਂ। ਫਿਰ ਉੱਥੇ ਜਿਹੜੇ ਏਜੰਟ ਸੀ ਉਹਨਾਂ ਨੇ ਬੱਚਿਆਂ ਨੂੰ ਪੈਸੇ ਦਿੱਤੇ ਵੀ ਤੁਸੀਂ ਇੱਥੋਂ ਨਿਕਲ ਸਕਦੇ ਹੋ, ਤੁਸੀਂ ਨਿਕਲੋ। ਫਿਰ ਉੱਥੋਂ ਚਲੇ ਗਏ। ਫਿਰ ਅਸੀਂ ਟ੍ਰੇਨ 'ਚ ਸਾਨੂੰ 20 ਘੰਟੇ ਲੱਗੇ ਲਵੀਲ ਤੱਕ ਪਹੁੰਚਣ 'ਚ। ਅਸੀਂ ਉੱਥੇ ਬੈਠੇ, ਟ੍ਰੇਨ ਦਾ ਵੀ ਬਹੁਤ ਮਾੜਾ ਹਾਲ ਸੀ, ਬਹੁਤ ਔਖਾ ਸੀ ਟ੍ਰੇਨ ਦਾ ਸਫ਼ਰ, 20 ਘੰਟੇ ਬੈਠਣਾ। ਫਿਰ ਉੱਥੋਂ ਪਹੁੰਚੇ ਅਸੀਂ ਲਵੀਲ ਤੋਂ ਅਸੀਂ ਉੱਥੋਂ ਸਰ ਦਾ ਫੋਨ ਆਇਆ ਵੀ ਤੁਸੀਂ ਆਪਣਾ ਟੈਕਸੀ ਬੁੱਕ ਕਰਾ ਕੇ ਪੋਲੈਂਡ ਦੇ ਬਾਰਡਰ ਤੱਕ ਪਹੁੰਚੋ। ਅਸੀਂ ਫਿਰ ਉੱਥੋਂ ਟੈਕਸੀ ਬੁੱਕ ਕਰਾ ਕੇ, ਉੱਥੇ 40 ਮਿੰਟ ਦਾ ਰਸਤਾ ਸੀ, ਉੱਥੋਂ ਗਏ। ਫਿਰ ਬਾਰਡਰ ਤੱਕ ਅਸੀਂ ਜਦੋਂ ਪਹੁੰਚੇ, ਫਿਰ ਉੱਥੋਂ ਸਾਨੂੰ 2-3 ਘੰਟੇ ਲੱਗੇ ਕ੍ਰੋਸ ਕਰਨ ਤੋਂ ਬਾਰਡਰ ਦਾ। ਫਿਰ ਅੱਗੇ ਪੋਲੈਂਡ ਤੇ ਇੰਡੀਅਨ ਐਮਬੈਸੀ ਦੇ ਬੰਦੇ ਸੀ ਜਿਨ੍ਹਾਂ ਨੇ ਸਾਡੀ ਹੈਲਪ ਕੀਤੀ। ਪੋਲੈਂਡ ਤੱਕ ਪਹੁੰਚਣ ਲਈ ਬਾਕੀ ਵਿਦਿਆਰਥੀਆਂ ਦੇ ਨਾਲ ਜਿਸ ਤਰ੍ਹਾਂ ਦਾ ਸਮਾਂ ਤੁਸੀਂ ਵੇਖ ਰਹੇ ਸੀ ਉੱਥੇ, ਜਿਸ ਤਰ੍ਹਾਂ ਬਤੀਤ ਕਰ ਰਹੇ, ਪੈਦਲ ਚੱਲ ਕੇ ਗਏ, ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਭੁੱਖੇ ਵੀ ਰਹਿਣਾ ਪਿਆ ਹੋਊਗਾ, ਖਾਣ ਪੀਣ ਦਾ ਪ੍ਰਬੰਧ ਨਹੀਂ ਸੀ, ਰਹਿਣ ਦਾ ਪ੍ਰਬੰਧ ਨਹੀਂ ਸੀ। ਇਸ ਤਰ੍ਹਾਂ ਨਹੀਂ ਲੱਗਿਆ ਕਿ ਬਾਕੀ ਵਿਦਿਆਰਥੀ ਵੀ ਕਹਿੰਦੇ ਹੁਣ ਮੈਂ ਪਹਿਲਾਂ ਚਲੇ ਜਾਂ, ਜੇ ਤੁਹਾਡੇ ਮਨ 'ਚ ਵੀ ਖਿਆਲ ਹੋਇਆ ਕਿ ਮੈਂ ਸਭ ਤੋਂ ਪਹਿਲਾਂ ਚਲੇ ਜਾਂ? ਸਾਨੂੰ ਜਿਹੜੇ ਮੋਸਟਲੀ ਜਿਹੜੇ ਸਾਡੇ ਨਾਲ ਦੇ ਸੀ ਨਾ, ਉਹਨਾਂ ਨੂੰ ਸਿਰਫ ਸੀ ਵੀ ਆਪਾਂ ਇੱਕ ਦੂਜੇ ਦੀ ਹੈਲਪ ਕਰੀਏ। ਸਾਡੇ ਨਾਲ ਦੀਆਂ ਸੀ, ਸਾਡੇ ਨਾਲ ਦੇ ਬੱਚੇ ਸੀ, ਉਹਨਾਂ ਨੇ ਸਾਰਿਆਂ ਨੂੰ ਬਹੁਤ ਹੈਲਪ ਕੀਤੀ ਵੀ ਆਪਾਂ ਇੱਕ ਦੂਜੇ ਦੀ ਹੈਲਪ ਕਰਕੇ ਇੱਥੋਂ ਨਿਕਲ ਸਕਦੇ। ਕਿਸੇ ਦੇ ਮਨ 'ਚ ਨਹੀਂ ਵੀ ਮੈਂ ਜਾਊਂਗਾ ਘਰ, ਮੈਂ ਕਰੂੰਗੀ ਸਭ ਤੋਂ ਪਹਿਲਾਂ ਮੈਂ ਟ੍ਰੇਨ 'ਚ। ਸਾਰਿਆਂ ਨੂੰ ਬਹੁਤ ਮਦਦਗਾਰ ਸੀ। ਸਾਡੇ ਸਟੂਡੈਂਟਸ ਜਿਹੜੇ ਨਾਲ ਦੇ ਸੀ ਉਹਨਾਂ ਨੇ ਕਿਹਾ ਵੀ ਇੱਕ ਦੂਜੇ ਦੀ ਹੈਲਪ ਕਰਕੇ ਆਪਾਂ ਇੱਥੋਂ ਨਿਕਲ ਸਕਦੇ ਹਾਂ, ਤਾਂ ਇੱਕ ਦੂਜੇ ਦੀ ਹੈਲਪ ਹੀ ਕਰੋ। ਭਾਰਤ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਕਿ ਜਲਦ ਤੋਂ ਜਲਦ ਜਿਹੜੇ ਆ ਯਤਨ ਤੇਜ਼ ਕੀਤੇ ਜਾਣ, ਤੇ ਜਿਹੜਾ ਤੁਹਾਡਾ ਫਿਊਚਰ ਹੈ ਉਹ ਪੜ੍ਹਾਈ ਲਈ ਗਏ ਸੀ, ਫਿਊਚਰ ਬਣਾਉਣ ਲਈ ਗਏ ਸੀ, ਤੇ ਤੁਹਾਡਾ ਫਿਊਚਰ ਕਿਸ ਤਰ੍ਹਾਂ ਬਰਾਈਟ ਹੋ ਸਕਦਾ ਹੈ, ਕੀ ਅਪੀਲ ਕਰੋਗੇ? ਮੈਂ ਅਪੀਲ ਕਰਾਂਗੀ ਜਿਹੜੇ ਸਾਡੇ ਉੱਥੇ ਫਰੈਂਡਸ ਬੱਚੇ ਰਹਿ ਗਏ ਆ, ਉਹਨਾਂ ਦੀ ਜਲਦੀ ਤੋਂ ਜਲਦੀ ਮਦਦ ਕੀਤੀ, ਕਿਉਂਕਿ ਹੁਣ ਹਾਲਾਤ ਉੱਥੇ ਤਾਂ ਬਹੁਤ ਹੀ ਜ਼ਿਆਦਾ ਮਾੜੇ ਹੋ ਗਏ। ਹੁਣ ਉੱਥੋਂ ਕੋਈ ਨਹੀਂ ਪਤਾ ਵੀ ਕਿਵੇਂ ਕੀ ਕਰਨਾ। ਬਹੁਤ ਹਰ ਪਾਸੇ ਹਰ 5 ਮਿੰਟ, ਈਵਨ 1 ਸੈਕਿੰਡ ਬਾਅਦ ਵੀ ਉੱਥੇ ਬਲਾਸਟ ਹੋ ਸਕਦਾ, ਕਿਤੋਂ ਵੀ ਬਲਾਸਟ ਹੋ ਸਕਦਾ। ਬੱਚੇ ਦੀ ਮੈਂ ਵੀਡੀਓ ਦੇਖੀ ਸੀ, ਫਾਇਰਿੰਗ ਉੱਪਰੋਂ ਸਟਾਰਟ ਹੋ ਰਹੀ ਹੈ, ਬੱਚੇ ਸੇਫ ਨਹੀਂ ਹੈਗੇ ਹਾਲੇ ਵੀ। ਅਤੇ ਉਹ ਜਲਦੀ ਉੱਤੋਂ ਠੰਡ ਪੈ ਰਹੀ ਹੈ, -ਡਿਗਰੀ 'ਚ ਜਾ ਰਿਹਾ ਟੈਂਪਰੇਚਰ, ਉੱਥੇ ਬਹੁਤ ਹਾਲਾਤ ਆ। ਅਤੇ ਨਾ ਉਹਨਾਂ ਨੇ ਕੁਝ ਖਾਧਾ ਨਾ ਪੀਤਾ, ਕੁਛ ਵੀ ਨਹੀਂ ਹੈਗਾ ਉੱਥੇ। ਅਤੇ ਮੈਂ ਇਹੀ ਅਪੀਲ ਕਰਾਂਗੀ ਉਹਨਾਂ ਨੂੰ ਜਲਦੀ ਬਹੁਤ ਜਲਦੀ ਉਹਨਾਂ ਨੂੰ ਕੱਢਣ, ਕਿਉਂਕਿ ਉੱਥੇ ਕੋਈ ਭਰੋਸਾ ਨਹੀਂ ਹੈ ਕਿ ਕਿਵੇਂ ਦੇ ਹਾਲਾਤ ਹੋਣ। ਅਤੇ ਬਾਕੀ ਰਹਿੰਦੀ ਗੱਲ ਸਟੱਡੀ ਦੀ ਆ, ਅਤੇ ਮੈਂ ਇਹ ਅਪੀਲ ਕਰਾਂਗੀ ਕਿ ਉਹ ਆਪਣੇ ਇੰਡੀਆ 'ਚ ਹੀ ਕਰਨ ਸਾਡੀ ਹੈਲਪ ਇੰਡੀਆ, ਕਿਉਂਕਿ ਇੰਨੇ ਪੈਸੇ ਕਿਵੇਂ ਲੋਨ ਲਾ ਕੇ ਬੱਚੇ ਕਰਨਗੇ,
ਕਈ ਬਹੁਤ ਹੀ ਇਵਨ ਬਹੁਤ ਗਰੀਬ ਬੱਚੇ ਹੋ ਸਕਦੇ ਆ, ਇੰਨੇ ਪੈਸੇ ਲਾ ਕੇ ਉੱਥੇ ਗਏ ਆ, ਤੇ ਆਹੀ ਅਪੀਲ ਕਰ ਦੇਂਗੇ ਉੱਥੇ ਇੰਡੀਆ 'ਤੇ ਹੀ ਕਰਨ ਸਾਡੀ ਹੈਲਪ। ਥੈਂਕ ਯੂ ਜੀ। ਸਾਡੇ ਨਾਲ ਉਹਨਾਂ ਦੇ ਪਿਤਾ ਭਿੰਦਰਪਾਲ ਸਿੰਘ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੀ ਅਪੀਲ ਭਾਰਤ ਸਰਕਾਰ ਨੂੰ ਕਰਨਾ ਚਾਹੁੰਦੇ ਆ, ਕਿਉਂਕਿ ਬੱਚਿਆਂ ਨੂੰ ਲੋਨ ਲੈ ਕੇ ਕਰਜ਼ਾ ਚੁੱਕ ਕੇ ਵਿਦੇਸ਼ ਭੇਜਿਆ ਜਾਂਦਾ ਹੈ, ਪਰੰਤੂ ਜਿਸ ਤਰ੍ਹਾਂ ਦੇ ਹਾਲਾਤ ਹੁਣ ਉੱਥੇ ਯੂਕਰੇਨ ਤੇ ਰੂਸ ਵਿਚਾਲੇ ਬਣੇ ਹੋਏ ਨੇ, ਲੱਗਦਾ ਨਹੀਂ ਕਿ ਬੱਚਿਆਂ ਦਾ ਫਿਊਚਰ ਉੱਥੇ ਬ੍ਰਾਈਟ ਦਿਖਾਈ ਦੇਗਾ, ਕਿਉਂਕਿ ਹਾਲਾਤ ਹੀ ਇੰਨੇ ਮਾੜੇ ਹੋ ਗਏ ਕਿ ਬੱਚਿਆਂ ਨੂੰ ਵਾਪਸ ਆਪਣੇ ਦੇਸ਼ ਪਰਤਣਾ ਪੈ ਰਿਹਾ। ਤੇ ਹੁਣ ਗੱਲਬਾਤ ਕਰਦੇ ਹਾਂ ਭਿੰਦਰਪਾਲ ਜੀ, ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ ਕਿ ਬੇਟੀ ਘਰ ਪਰਤ ਆਈ ਹੈ। ਥੈਂਕ ਯੂ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ ਸਰ, ਬਹੁਤ ਮਿਹਰ। ਭਿੰਦਰਪਾਲ ਜੀ, ਕਿਸ ਤਰ੍ਹਾਂ ਦੀ ਅਪੀਲ ਕਰਨਾ ਚਾਹੋਗੇ, ਕਿਉਂਕਿ ਮਾਪਿਆਂ ਨੇ ਕਰਜ਼ਾ ਚੁੱਕ ਕੇ ਭੇਜਿਆ ਹੁੰਦਾ, ਕਿਉਂਕਿ ਉਹਨਾਂ ਦੀ ਐਡੀ ਕਿਰਤ ਨਹੀਂ ਹੁੰਦੀ, ਕਿਉਂਕਿ ਬਹੁਤ ਸਾਰੇ ਘੱਟ ਪਰਿਵਾਰ ਨੇ, ਕਿਉਂਕਿ ਪਿੰਡਾਂ ਨਾਲ ਜੁੜੇ ਹੋਏ ਆ, ਜ਼ਮੀਨ ਨਾਲ ਜੁੜੇ ਹੋਏ ਆ, ਕਿਰਤ ਨਾਲ ਜੁੜੇ ਹੋਏ ਆ, ਜਿਸ ਕਰਕੇ ਬੱਚਿਆਂ ਨੂੰ ਕਰਜ਼ਾ ਦੇ ਕੇ ਜਿਹੜਾ ਵਿਦੇਸ਼ ਭੇਜਿਆ ਜਾਂਦਾ ਕਿ ਉਹਨਾਂ ਬੱਚਿਆਂ ਦਾ ਫਿਊਚਰ ਬਣ ਜੇ। ਪਰੰਤੂ ਜਿਸ ਤਰ੍ਹਾਂ ਦੇ ਜੰਗ ਦੇ ਹਾਲਾਤ ਬਣੇ ਨੇ, ਬੱਚੀ ਘਰ ਪਰਤ ਆਈ ਹੈ, ਪੜ੍ਹਾਈ ਦੇ ਨਾਲ ਨਾਲ ਉਹਦਾ ਫਿਊਚਰ ਵੀ ਜਿਹੜਾ ਕਿਤੇ ਨਾ ਕਿਤੇ ਪ੍ਰਭਾਵਿਤ ਹੋਇਆ, ਕੀ ਅਪੀਲ ਕਰੋਗੇ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਜੀ। ਭਾਰਤ ਸਰਕਾਰ ਨੇ ਬਹੁਤ ਹੈਲਪ ਕੀਤੀ ਹੈ ਜੀ, ਇੰਡੀਅਨ ਐਮਬੈਸੀ ਨੇ ਵੀ ਬਹੁਤ ਹੈਲਪ ਕੀਤੀ ਹੈ ਜੀ। ਅੱਗੇ ਵੀ ਬੇਨਤੀ ਕਰਦੇ ਆ ਵੀ ਜਿੱਦਾਂ ਸਾਡੇ ਕੋਲ ਜਿਹੜਾ ਪੈਸਾ ਸੀਗਾ, ਸਾਡੇ ਵਰਗੇ ਹੋਰ ਵੀ ਬਹੁਤ ਪੇਰੈਂਟਸ ਨੇ ਜਿਨ੍ਹਾਂ ਨਾਲ ਸਾਡੀ ਗੱਲ ਵੀ ਹੁੰਦੀ ਹੈ, ਉਹ ਵੀ ਕਹਿੰਦੇ ਵੀ ਜਿੱਦਾਂ ਸਾਡੇ ਕੋਲ ਪੈਸਾ ਸੀ, ਅਸੀਂ ਤਾਂ ਸਾਲਾਨਾ ਇਹ ਸੋਚਿਆ ਸੀ 5-4 ਲੱਖ ਰੁਪਏ ਸਾਲਾਨਾ ਦੇਈ ਜਾਵਾਂਗੇ, ਚਲੋ ਥੋੜ੍ਹਾ ਪੈਸਾ, ਪਰ ਜਿੰਨਾ ਪੈਸਾ ਸੀ ਸਾਰਾ ਇਹਨਾਂ ਨੂੰ ਜਾਣ ਵਾਸਤੇ ਹੀ ਲੱਗ ਗਿਆ। ਜਿੰਨਾ ਪੈਸਾ ਸੋਚਿਆ ਸੀ ਵੀ ਘੱਟ ਪੈਸਾ ਲੱਗੂਗਾ, ਉਸ ਨਾਲੋਂ ਵੀ ਜ਼ਿਆਦਾ ਪੈਸਾ ਲੱਗ ਗਿਆ। ਹੁਣ ਅੱਗੇ ਅਸੀਂ ਬਹੁਤ ਔਖੇ ਹਾਂ ਵੀ ਜਿੱਦਾਂ ਸਾਨੂੰ ਪੈਸੇ ਦਾ ਅੱਗੇ ਪ੍ਰਬੰਧ ਵੀ ਨਹੀਂ ਕਰ ਸਕਦੇ ਜੀ, ਵੀ ਇੱਥੇ ਹੀ ਜਿਹੜੇ ਗੌਰਮੈਂਟ ਕਾਲਜ ਨੇ, ਭਾਰਤ ਸਰਕਾਰ ਸਭ ਕੁਝ ਕਰ ਸਕਦੀ ਹੈ ਜੀ, ਇੱਥੇ ਐਡਮਿਸ਼ਨ ਕਰਾ ਲਿਆ ਜਾਵੇ ਤਾਂ ਬਹੁਤ ਵਧੀਆ ਜੀ। ਧੰਨਵਾਦ ਜੀ। ਇਹ ਸਨ ਜਸਪ੍ਰੀਤ ਕੌਰ ਦੇ ਪਿਤਾ ਭਿੰਦਰਪਾਲ ਸਿੰਘ, ਜਿਨ੍ਹਾਂ ਨੇ ਗੱਲ ਕਹੀ ਹੈ ਕਿ ਬੇਟੀ ਸਾਡੀ ਮੌਤ ਦੇ ਮੂੰਹ ਤੋਂ ਵਿੱਚੋਂ ਮੁੜ ਕੇ ਆਈ ਹੈ ਤੇ ਹੁਣ ਉਸਨੂੰ ਜ਼ਿੰਦਗੀ ਇੱਕ ਵਾਰ ਫਿਰ ਮਿਲੀ ਹੈ, ਕਿਉਂਕਿ ਜਿੱਦਾਂ ਦੇ ਉੱਥੇ ਦੇ ਹਾਲਾਤ ਨੇ ਰੂਸ ਤੇ ਯੂਕਰੇਨ ਦੇ ਵਿਚਾਲੇ, ਉਸ ਨੂੰ ਲੈ ਕੇ ਜਿੱਥੇ ਚਿੰਤਾ ਤਾਂ ਸਾਰਿਆਂ ਦੀ ਬਣੀ ਹੋਈ ਹੈ, ਪਰੰਤੂ ਸਭ ਤੋਂ ਵੱਡੀ ਚਿੰਤਾ ਉਹਨਾਂ ਦੀ ਇਸ ਕਰਕੇ ਬਣੀ ਹੋਈ ਹੈ ਕਿ ਉਹਨਾਂ ਨੇ ਕਰਜ਼ਾ ਚੁੱਕ ਕੇ ਆਪਣੀ ਬੇਟੀ ਨੂੰ ਵਿਦੇਸ਼ ਭੇਜਿਆ ਸੀ ਕਿ ਉਹ ਮੈਡੀਕਲ ਦੀ ਪੜ੍ਹਾਈ ਕਰੇ। ਦੂਜੇ ਪਾਸੇ ਜਸਪ੍ਰੀਤ ਕੌਰ ਨੇ ਸਪਸ਼ਟ ਤੌਰ ਤੇ ਭਾਰਤ ਸਰਕਾਰ ਨੂੰ ਕਿਹਾ ਕਿ ਉਹਨਾਂ ਨੂੰ ਸਾਡੀ ਪੜ੍ਹਾਈ ਤੇ ਸਾਡੇ ਫਿਊਚਰ ਨੂੰ ਇੱਥੇ ਹੀ ਬਿਹਤਰ ਬਣਾਉਣਾ ਚਾਹੀਦਾ, ਕਿਉਂਕਿ ਜੇ ਇੱਦਾਂ ਦੇ ਹਾਲਾਤ ਯੂਕਰੇਨ ਹੁਣ ਬਣੇ ਨੇ ਤਾਂ ਹਾਲਾਤ ਜਲਦੀ ਠੀਕ ਹੋਣ ਵਾਲੇ ਨਹੀਂ। ਜੇ ਅਸੀਂ ਹੁਣ ਇੱਥੇ ਭਾਰਤ ਆਪਣੇ ਘਰ ਪਰਤ ਆਏ ਹਾਂ ਤਾਂ ਸਾਨੂੰ ਸਾਡੇ ਫਿਊਚਰ ਨੂੰ ਬਣਾਉਣ ਲਈ ਸਰਕਾਰ ਨੂੰ ਵੀ ਕਦਮ ਚੁੱਕਣੇ ਚਾਹੀਦੇ ਹੈ। ਕੈਮਰਾਮੈਨ ਅਮਰੀਕਿੰਦਰ ਸਿੰਘ ਦੇ ਨਾਲ ਕਵਰ ਸਿੰਘ ਬੇਦੀ, ਮੌਸਾ ਟੀਵੀ, ਪਟਿਆਲਾ।